ਵੈਲਕਮ ਪੰਜਾਬੀ shorthand.com ਵੀ ਰੈਡੀ ਸਟਾਰਟ। 20 ਸਾਲ ਦੇ ਅਰਸੇ ਤੋਂ ਬਾਅਦ ਅਖੀਰ ਅਮਰੀਕਾ ਨੂੰ ਅਫਗਾਨਿਸਤਾਨ 'ਚੋਂ ਆਪਣੀਆਂ ਫੌਜਾਂ ਕੱਢਣੀਆਂ ਹੀ ਪਈਆਂ ਹਨ। ਡੰਡੀ ਵੀਅਤਨਾਮ 'ਚੋਂ ਵੀ ਉਸ ਦੀਆਂ ਫੌਜਾਂ ਇਸੇ ਤਰ੍ਹਾਂ ਨਿਰਾਸ਼ ਹੋ ਕੇ ਨਿਕਲੀਆਂ ਸਨ। ਡੰਡੀ ਅਮਰੀਕੀ ਰਾਸ਼ਟਰਪਤੀ 4 ਸਾਲ ਲਈ ਚੁਣਿਆ ਜਾਂਦਾ ਹੈ। ਡੰਡੀ ਪਰੰਪਰਾ ਅਨੁਸਾਰ ਉਹ ਵੱਧ ਤੋਂ ਵੱਧ 2 ਵਾਰੀ ਇਸ ਅਹੁਦੇ 'ਤੇ ਰਹਿੰਦਾ ਹੈ। ਡੰਡੀ ਇਸ ਅਰਸੇ ਵਿੱਚ ਜੋ ਬਾਈਡਨ ਚੌਥੇ ਰਾਸ਼ਟਰਪਤੀ ਬਣੇ ਹਨ। ਡੰਡੀ ਕੌਮਾਂਤਰੀ ਮਸਲਿਆਂ ਸੰਬੰਧੀ ਚਾਹੇ ਦੁਨੀਆ ਦੀ ਇਸ ਮਹਾਂਸ਼ਕਤੀ ਦੀ ਪਹੁੰਚ ਵਿੱਚ ਉੱਥੋਂ ਦੀਆਂ ਸਰਕਾਰਾਂ ਬਦਲਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਆਪਣੇ ਚੋਣ ਪ੍ਰਚਾਰ ਦੌਰਾਨ ਹੀ ਬਾਈਡਨ ਨੇ ਅਫਗਾਨਿਸਤਾਨ 'ਚੋਂ ਫੌਜਾਂ ਕੱਢਣ ਦੀ ਸਪਸ਼ਟ ਤੌਰ 'ਤੇ ਗੱਲ ਕੀਤੀ ਸੀ। ਡੰਡੀ ਜਦੋਂ ਦੇ ਉਹ ਰਾਸ਼ਟਰਪਤੀ ਬਣੇ ਹਨ, ਉਹ ਇਸੇ ਯੋਜਨਾ 'ਤੇ ਹੀ ਕੰਮ ਕਰਦੇ ਰਹੇ ਸਨ। ਡੰਡੀ ਬੜੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਇਸੇ ਸਾਲ 31 ਅਗਸਤ ਤੱਕ ਆਪਣੀਆਂ ਫੌਜਾਂ ਵਾਪਸ ਬੁਲਾ ਲੈਣ ਦਾ ਬਿਆਨ ਵੀ ਦਿੱਤਾ ਸੀ। ਡੰਡੀ ਅਖੀਰ ਤੱਕ ਉਹ ਆਪਣੇ ਇਸ ਫੈਸਲੇ 'ਤੇ ਦ੍ਰਿੜ ਰਹੇ। ਡੰਡੀ ਪਹਿਲਾਂ 2 ਦਹਾਕਿਆਂ ਵਿੱਚ ਅਮਰੀਕੀ ਪ੍ਰਸ਼ਾਸਨ ਇਹ ਸਮਝ ਚੁੱਕਾ ਸੀ ਕਿ ਚਾਹੇ ਉਹਨਾਂ ਨੇ ਹਕੂਮਤ ਖੋਹ ਲਈ ਸੀ ਅਤੇ ਉਹਨਾਂ ਨੂੰ ਦਰ-ਬਦਰ ਕਰ ਦਿੱਤਾ ਸੀ, ਪਰ ਆਪਣੇ ਪੂਰੇ ਯਤਨਾਂ ਦੇ ਬਾਵਜੂਦ ਉਹ ਇਹਨਾਂ ਯਹੂਦੀਆਂ ਦੀ ਸ਼ਕਤੀ ਨੂੰ ਖਤਮ ਨਹੀਂ ਸੀ ਕਰ ਸਕਿਆ। ਡੰਡੀ ਪਾਕਿਸਤਾਨ ਤੇ ਕੁਝ ਹੋਰ ਅਰਬ ਮੁਲਕਾਂ ਵਿੱਚ ਬਣਾਏ ਗਏ ਟਿਕਾਣਿਆਂ ਵਿੱਚ ਉਹ ਦਿਨ ਪ੍ਰਤੀ ਦਿਨ ਮਜ਼ਬੂਤ ਹੀ ਹੁੰਦੇ ਰਹੇ। ਡੰਡੀ ਅਮਰੀਕਾ ਦਾ ਪਾਕਿਸਤਾਨ 'ਤੇ ਸ਼ੁਰੂ ਤੋਂ ਹੀ ਸਖਤ ਪਹਿਰਾ ਰਿਹਾ ਹੈ। ਡੰਡੀ ਪਰ ਇਸ ਦੇ ਬਾਵਜੂਦ ਪਾਕਿਸਤਾਨ ਦੋਹਰੀ ਖੇਡ ਖੇਡਦਾ ਰਿਹਾ। ਡੰਡੀ ਉਹ ਅੱਤਵਾਦੀ ਗਰੁੱਪਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਮੁਲਕ ਵਿੱਚ ਸ਼ਰਨ ਵੀ ਦਿੰਦਾ ਰਿਹਾ ਅਤੇ ਅਮਰੀਕਾ ਨਾਲ ਆਪਣੇ ਸਹਿਯੋਗ ਦਾ ਦਮ ਵੀ ਭਰਦਾ ਰਿਹਾ। ਡੰਡੀ ਅਮਰੀਕਾ ਲਈ ਇਹ ਸਭ ਕੁਝ ਸਮਝਦਿਆਂ ਹੋਇਆਂ ਵੀ ਪਾਕਿਸਤਾਨ ਨੂੰ ਆਪਣੇ ਨਾਲ ਰੱਖਣਾ ਇੱਕ ਮਜਬੂਰੀ ਸੀ। ਡੰਡੀ 11 ਸਤੰਬਰ 2001 ਵਿੱਚ ਉਸਾਮਾ ਬਿਨ ਲਾਦੇਨ ਦੀ ਅਗਵਾਈ ਵਾਲੀ ਸ਼ਕਤੀਸ਼ਾਲੀ ਅੱਤਵਾਦੀ ਜਥੇਬੰਦੀ ਅਲ-ਕਾਇਦਾ ਨੇ ਨਿਊਯਾਰਕ ਵਰਲਡ ਟ੍ਰੇਡ ਸੈਂਟਰ ਨਾਂ ਦੀਆਂ 2 ਵੱਡੀਆਂ ਵਪਾਰਕ ਇਮਾਰਤਾਂ ਦੇ ਨਾਲ-ਨਾਲ ਅਮਰੀਕਾ ਦੇ ਸੁਰੱਖਿਆ ਦਫ਼ਤਰ ਪੈਂਟਾਗਨ ਨੂੰ ਵੀ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ ਵਰਲਡ ਟ੍ਰੇਡ ਸੈਂਟਰ ਦੀਆਂ ਦੋਵੇਂ ਉੱਚੀਆਂ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ ਅਤੇ ਹਜ਼ਾਰਾਂ ਹੀ ਲੋਕ ਮਾਰੇ ਗਏ ਸਨ। ਡੰਡੀ ਇੰਨੀ ਵੱਡੀ ਚੁਣੌਤੀ ਨੂੰ ਪਚਾ ਸਕਣਾ ਉਸ ਲਈ
ਸਟੋਪ। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। 20 ਸਾਲ ਦੇ ਅਰਸੇ ਤੋਂ ਬਾਅਦ ਅਖੀਰ ਅਮਰੀਕਾ ਨੂੰ ਅਫਗਾਨਿਸਤਾਨ ਚੋਂ ਆਪਣੀਆਂ ਫੌਜਾਂ ਕੱਢਣੀਆਂ ਹੀ ਪਈਆਂ ਹਨ। ਡੰਡੀ ਵੀਅਤਨਾਮ ਚੋਂ ਵੀ ਉਸ ਦੀਆਂ ਫੌਜਾਂ ਇਸੇ ਤਰ੍ਹਾਂ ਨਿਰਾਸ਼ ਹੋ ਕੇ ਨਿਕਲੀਆਂ ਸਨ। ਡੰਡੀ ਅਮਰੀਕੀ ਰਾਸ਼ਟਰਪਤੀ 4 ਸਾਲ ਲਈ ਚੁਣਿਆ ਜਾਂਦਾ ਹੈ। ਡੰਡੀ ਪਰੰਪਰਾ ਅਨੁਸਾਰ ਉਹ ਵੱਧ ਤੋਂ ਵੱਧ 2 ਵਾਰੀ ਇਸ ਅਹੁਦੇ ਤੇ ਰਹਿੰਦਾ ਹੈ। ਡੰਡੀ ਇਸ ਅਰਸੇ ਵਿੱਚ ਜੋ ਬਾਈਡਨ ਚੌਥੇ ਰਾਸ਼ਟਰਪਤੀ ਬਣੇ ਹਨ। ਡੰਡੀ ਕੌਮਾਂਤਰੀ ਮਸਲਿਆਂ ਸੰਬੰਧੀ ਚਾਹੇ ਦੁਨੀਆ ਦੀ ਇਸ ਮਹਾਸ਼ਕਤੀ ਦੀ ਪਹੁੰਚ ਵਿੱਚ ਉੱਥੋਂ ਦੀਆਂ ਸਰਕਾਰਾਂ ਬਦਲਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਆਪਣੇ ਚੋਣ ਪ੍ਰਚਾਰ ਦੌਰਾਨ ਹੀ ਬਾਈਡਨ ਨੇ ਅਫਗਾਨਿਸਤਾਨ ਚੋਂ ਫੌਜਾਂ ਕੱਢਣ ਦੀ ਸਪਸ਼ਟ ਤੌਰ ਤੇ ਗੱਲ ਕੀਤੀ ਸੀ। ਡੰਡੀ ਜਦੋਂ ਦੇ ਉਹ ਰਾਸ਼ਟਰਪਤੀ ਬਣੇ ਹਨ, ਉਹ ਇਸੇ ਯੋਜਨਾ ਤੇ ਹੀ ਕੰਮ ਕਰਦੇ ਰਹੇ ਸਨ। ਡੰਡੀ ਬੜੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਇਸੇ ਸਾਲ 31 ਅਗਸਤ ਤੱਕ ਆਪਣੀਆਂ ਫੌਜਾਂ ਵਾਪਸ ਬੁਲਾ ਲੈਣ ਦਾ ਬਿਆਨ ਵੀ ਦਿੱਤਾ ਸੀ। ਡੰਡੀ ਅਖੀਰ ਤੱਕ ਉਹ ਆਪਣੇ ਇਸ ਫੈਸਲੇ ਤੇ ਦ੍ਰਿੜ ਰਹੇ। ਡੰਡੀ ਪੈਰਾ 2 ਦਹਾਕਿਆਂ ਵਿੱਚ ਅਮਰੀਕੀ ਪ੍ਰਸ਼ਾਸਨ ਇਹ ਸਮਝ ਚੁੱਕਾ ਸੀ ਕਿ ਚਾਹੇ ਉਹਨਾਂ ਨੇ ਤਾਲਿਬਾਨ ਤੋਂ ਹਕੂਮਤ ਖੋਹ ਲਈ ਸੀ ਅਤੇ ਉਹਨਾਂ ਨੂੰ ਦਰ-ਬਦਰ ਕਰ ਦਿੱਤਾ ਸੀ, ਪਰ ਆਪਣੇ ਪੂਰੇ ਯਤਨਾਂ ਦੇ ਬਾਵਜੂਦ ਉਹ ਇਨ੍ਹਾਂ ਜਿਹਾਦੀਆਂ ਦੀ ਸ਼ਕਤੀ ਨੂੰ ਖਤਮ ਨਹੀਂ ਸੀ ਕਰ ਸਕਿਆ। ਡੰਡੀ ਪਾਕਿਸਤਾਨ ਤੇ ਕੁਝ ਹੋਰ ਅਰਬ ਮੁਲਕਾਂ ਵਿੱਚ ਬਣਾਏ ਆਪਣੇ ਟਿਕਾਣਿਆਂ ਵਿੱਚ ਉਹ ਦਿਨ ਪ੍ਰਤੀ ਦਿਨ ਮਜ਼ਬੂਤ ਹੀ ਹੁੰਦੇ ਰਹੇ। ਡੰਡੀ ਅਮਰੀਕਾ ਦਾ ਪਾਕਿਸਤਾਨ ਤੇ ਸ਼ੁਰੂ ਤੋਂ ਹੀ ਸਖਤ ਪਹਿਰਾ ਰਿਹਾ ਹੈ। ਡੰਡੀ ਪਰ ਇਸ ਦੇ ਬਾਵਜੂਦ ਪਾਕਿਸਤਾਨ ਦੋਹਰੀ ਖੇਡ ਖੇਡਦਾ ਰਿਹਾ। ਡੰਡੀ ਉਹ ਅੱਤਵਾਦੀ ਗਰੁੱਪਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਮੁਲਕ ਵਿੱਚ ਸ਼ਰਨ ਵੀ ਦਿੰਦਾ ਰਿਹਾ ਅਤੇ ਅਮਰੀਕਾ ਨਾਲ ਆਪਣੇ ਸਹਿਯੋਗ ਦਾ ਦਮ ਵੀ ਭਰਦਾ ਰਿਹਾ। ਡੰਡੀ ਅਮਰੀਕਾ ਲਈ ਇਹ ਸਭ ਕੁਝ ਸਮਝਦਿਆਂ ਹੋਇਆ ਵੀ ਪਾਕਿਸਤਾਨ ਨੂੰ ਆਪਣੇ ਨਾਲ ਰੱਖਣਾ ਇੱਕ ਮਜਬੂਰੀ ਸੀ। ਡੰਡੀ 11 ਸਤੰਬਰ 2001 ਵਿੱਚ ਓਸਾਮਾ ਬਿਨ ਲਾਦੇਨ ਦੀ ਅਗਵਾਈ ਵਾਲੀ ਸ਼ਕਤੀਸ਼ਾਲੀ ਅੱਤਵਾਦੀ ਜਥੇਬੰਦੀ ਅਲ-ਕਾਇਦਾ ਨੇ ਨਿਊਯਾਰਕ ਵਰਲਡ ਟ੍ਰੇਡ ਸੈਂਟਰ ਨਾਂ ਦੀਆਂ 2 ਵੱਡੀਆਂ ਵਪਾਰਕ ਇਮਾਰਤਾਂ ਦੇ ਨਾਲ-ਨਾਲ ਅਮਰੀਕਾ ਦੇ ਸੁਰੱਖਿਆ ਦਫ਼ਤਰ ਪੈਂਟਾਗਨ ਨੂੰ ਵੀ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ ਵਰਲਡ ਟ੍ਰੇਡ ਸੈਂਟਰ ਦੀਆਂ ਦੋਵੇਂ ਉੱਚੀਆਂ ਇਮਾਰਤਾਂ ਢਹਿ ਢੇਰੀ ਹੋ ਗਈਆਂ ਸਨ ਤੇ ਹਜ਼ਾਰਾਂ ਹੀ ਲੋਕ ਮਾਰੇ ਗਏ ਸਨ। ਡੰਡੀ ਇੰਨੀ ਵੱਡੀ ਚੁਣੌਤੀ ਨੂੰ ਪਚਾ ਸਕਣਾ ਉਸ ਲਈ ਮੁਸ਼ਕਿਲ ਸੀ। ਡੰਡੀ ਉਸ ਸਮੇਂ ਮੁੱਲਾ ਉਮਰ ਦੀ ਅਗਵਾਈ ਵਿੱਚ ਤਾਲਿਬਾਨ ਨੇ ਪਹਿਲਾਂ ਰੂਸ ਅਤੇ ਬਾਅਦ ਵਿੱਚ ਉਸ ਵੱਲੋਂ ਥਾਪੀਆਂ ਸਰਕਾਰਾਂ ਨੂੰ ਹਰਾ ਕੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਹੋਇਆ ਸੀ। ਡੰਡੀ ਤਾਲਿਬਾਨ ਨੇ 5 ਸਾਲ ਉੱਥੇ ਸ਼ਰੀਅਤ ਕਾਨੂੰਨ ਲਾਗੂ ਕਰਕੇ ਲੋਕਾਂ ਤੇ ਇੰਨੀ ਬਰਬਰਤਾ ਦਿਖਾਈ ਸੀ ਕਿ ਉਹਨਾਂ ਦੇ ਮੌਲਿਕ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ ਗਿਆ ਸੀ। ਡੰਡੀ ਔਰਤਾਂ ਨੂੰ ਪਰਦੇ ਪਿੱਛੇ ਧੱਕ ਦਿੱਤਾ ਗਿਆ ਸੀ। ਡੰਡੀ ਉਸ ਸਮੇਂ ਦੇ ਤਾਲਿਬਾਨ ਦੇ ਜ਼ੁਲਮਾਂ ਦੀ ਦਾਸਤਾਨ ਪੜ੍ਹ ਸੁਣ ਕੇ ਅੱਜ ਵੀ ਦਿਲ ਕੰਬ ਉੱਠਦਾ ਹੈ। ਡੰਡੀ ਇਸ ਦੇ ਨਾਲ ਹੀ ਉੱਥੇ ਹਰ ਤਰ੍ਹਾਂ ਦੇ ਇਸਲਾਮਿਕ ਗਰੁੱਪਾਂ ਦਾ ਜਮਾਵੜਾ ਹੋ ਗਿਆ ਸੀ, ਜਿਨ੍ਹਾਂ
ਵੈਲਕਮ punjabi.shorthand.com ਬੀ ਰੈਡੀ ਸਟਾਰਟ 20 ਸਾਲ ਦੇ ਅਰਸੇ ਤੋਂ ਬਾਅਦ ਅਖੀਰ ਅਮਰੀਕਾ ਨੂੰ ਅਫਗਾਨਿਸਤਾਨ ਚੋਂ ਆਪਣੀਆਂ ਫੌਜਾਂ ਕੱਢਣੀਆਂ ਹੀ ਪਈਆਂ ਹਨ ਡੰਡੀ। ਵੀਅਤਨਾਮ ਚੋਂ ਵੀ ਉਸ ਦੀਆਂ ਫੌਜਾਂ ਇਸੇ ਤਰ੍ਹਾਂ ਨਿਰਾਸ਼ ਹੋ ਕੇ ਨਿਕਲੀਆਂ ਸਨ ਡੰਡੀ। ਅਮਰੀਕੀ ਰਾਸ਼ਟਰਪਤੀ 4 ਸਾਲ ਲਈ ਚੁਣਿਆ ਜਾਂਦਾ ਹੈ ਡੰਡੀ। ਪਰੰਪਰਾ ਅਨੁਸਾਰ ਉਹ ਵੱਧ ਤੋਂ ਵੱਧ 2 ਵਾਰੀ ਇਸ ਅਹੁਦੇ ਤੇ ਰਹਿੰਦਾ ਹੈ ਡੰਡੀ। ਇਸ ਅਰਸੇ ਵਿੱਚ ਜੋ ਬਾਈਡਨ ਚੌਥੇ ਰਾਸ਼ਟਰਪਤੀ ਬਣੇ ਹਨ ਡੰਡੀ। ਕੌਮਾਂਤਰੀ ਮਸਲਿਆਂ ਸੰਬੰਧੀ ਚਾਹੇ ਦੁਨੀਆ ਦੀ ਇਸ ਮਹਾਸ਼ਕਤੀ ਦੀ ਪਹੁੰਚ ਵਿੱਚ ਉੱਥੋਂ ਦੀਆਂ ਸਰਕਾਰਾਂ ਬਦਲਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਆਪਣੇ ਚੋਣ ਪ੍ਰਚਾਰ ਦੌਰਾਨ ਹੀ ਬਾਈਡਨ ਨੇ ਅਫਗਾਨਿਸਤਾਨ ਚੋਂ ਫੌਜਾਂ ਕੱਢਣ ਦੀ ਸਪਸ਼ਟ ਤੌਰ ਤੇ ਗੱਲ ਕੀਤੀ ਸੀ ਡੰਡੀ। ਜਦੋਂ ਦੇ ਉਹ ਰਾਸ਼ਟਰਪਤੀ ਬਣੇ ਹਨ ਉਹ ਇਸੇ ਯੋਜਨਾ ਤੇ ਹੀ ਕੰਮ ਕਰਦੇ ਰਹੇ ਸਨ ਡੰਡੀ। ਬੜੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਇਸੇ ਸਾਲ 31 ਅਗਸਤ ਤੱਕ ਆਪਣੀਆਂ ਫੌਜਾਂ ਵਾਪਸ ਬੁਲਾ ਲੈਣ ਦਾ ਬਿਆਨ ਵੀ ਦਿੱਤਾ ਸੀ ਡੰਡੀ। ਅਖੀਰ ਤੱਕ ਉਹ ਆਪਣੇ ਇਸ ਫੈਸਲੇ ਤੇ ਦ੍ਰਿੜ ਰਹੇ ਡੰਡੀ। ਪੈਰਾ 2 ਦਹਾਕਿਆਂ ਵਿੱਚ ਅਮਰੀਕੀ ਪ੍ਰਸ਼ਾਸਨ ਇਹ ਸਮਝ ਚੁੱਕਾ ਸੀ ਕਿ ਚਾਹੇ ਉਹਨਾਂ ਨੇ ਤਾਲਿਬਾਨ ਤੋਂ ਹਕੂਮਤ ਖੋਹ ਲਈ ਸੀ ਅਤੇ ਉਹਨਾਂ ਨੂੰ ਦਰ ਬਦਰ ਕਰ ਦਿੱਤਾ ਸੀ, ਪਰ ਆਪਣੇ ਪੂਰੇ ਯਤਨਾਂ ਦੇ ਬਾਵਜੂਦ ਉਹ ਇਨ੍ਹਾਂ ਜਿਹਾਦੀਆਂ ਦੀ ਸ਼ਕਤੀ ਨੂੰ ਖਤਮ ਨਹੀਂ ਸੀ ਕਰ ਸਕਿਆ ਡੰਡੀ। ਪਾਕਿਸਤਾਨ ਤੇ ਕੁਝ ਹੋਰ ਅਰਬ ਮੁਲਕਾਂ ਵਿੱਚ ਬਣਾਏ ਆਪਣੇ ਟਿਕਾਣਿਆਂ ਵਿੱਚ ਉਹ ਦਿਨ ਪ੍ਰਤੀ ਦਿਨ ਮਜ਼ਬੂਤ ਹੀ ਹੁੰਦੇ ਰਹੇ ਡੰਡੀ। ਅਮਰੀਕਾ ਦਾ ਪਾਕਿਸਤਾਨ ਤੇ ਸ਼ੁਰੂ ਤੋਂ ਹੀ ਸਖਤ ਪਹਿਰਾ ਰਿਹਾ ਹੈ ਡੰਡੀ, ਪਰ ਇਸ ਦੇ ਬਾਵਜੂਦ ਪਾਕਿਸਤਾਨ ਦੋਹਰੀ ਖੇਡ ਖੇਡਦਾ ਰਿਹਾ ਡੰਡੀ। ਉਹ ਅੱਤਵਾਦੀ ਗਰੁੱਪਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਮੁਲਕ ਵਿੱਚ ਸ਼ਰਨ ਵੀ ਦਿੰਦਾ ਰਿਹਾ ਅਤੇ ਅਮਰੀਕਾ ਨਾਲ ਆਪਣੇ ਸਹਿਯੋਗ ਦਾ ਦਮ ਵੀ ਭਰਦਾ ਰਿਹਾ ਡੰਡੀ। ਅਮਰੀਕਾ ਲਈ ਇਹ ਸਭ ਕੁਝ ਸਮਝਦਿਆਂ ਹੋਇਆਂ ਵੀ ਪਾਕਿਸਤਾਨ ਨੂੰ ਆਪਣੇ ਨਾਲ ਰੱਖਣਾ ਇੱਕ ਮਜਬੂਰੀ ਸੀ ਡੰਡੀ। 11 ਸਤੰਬਰ 2001 ਵਿੱਚ ਓਸਾਮਾ ਬਿਨ ਲਾਦੇਨ ਦੀ ਅਗਵਾਈ ਵਾਲੀ ਸ਼ਕਤੀਸ਼ਾਲੀ ਅੱਤਵਾਦੀ ਜਥੇਬੰਦੀ ਅਲ-ਕਾਇਦਾ ਨੇ ਨਿਊਯਾਰਕ ਵਰਲਡ ਟ੍ਰੇਡ ਸੈਂਟਰ ਨਾਂ ਦੀਆਂ 2 ਵੱਡੀਆਂ ਵਪਾਰਕ ਇਮਾਰਤਾਂ ਦੇ ਨਾਲ-ਨਾਲ ਅਮਰੀਕਾ ਦੇ ਸੁਰੱਖਿਆ ਦਫ਼ਤਰ ਪੈਂਟਾਗਨ ਨੂੰ ਵੀ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ ਵਰਲਡ ਟ੍ਰੇਡ ਸੈਂਟਰ ਦੀਆਂ ਦੋਵੇਂ ਉੱਚੀਆਂ ਇਮਾਰਤਾਂ ਢਹਿ ਢੇਰੀ ਹੋ ਗਈਆਂ ਸਨ ਤੇ ਹਜ਼ਾਰਾਂ ਹੀ ਲੋਕ ਮਾਰੇ ਗਏ ਸਨ ਡੰਡੀ। ਇੰਨੀ ਵੱਡੀ ਚੁਣੌਤੀ ਨੂੰ ਪਚਾ ਸਕਣਾ ਉਸ ਲਈ ਮੁਸ਼ਕਿਲ ਸੀ ਡੰਡੀ। ਉਸ ਸਮੇਂ ਮੁੱਲਾ ਉਮਰ ਦੀ ਅਗਵਾਈ ਵਿੱਚ ਤਾਲਿਬਾਨ ਨੇ ਪਹਿਲਾਂ ਰੂਸ ਅਤੇ ਬਾਅਦ ਵਿੱਚ ਉਸ ਵੱਲੋਂ ਥਾਪੀਆਂ ਸਰਕਾਰਾਂ ਨੂੰ ਹਰਾ ਕੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਹੋਇਆ ਸੀ ਡੰਡੀ। ਤਾਲਿਬਾਨ ਨੇ 5 ਸਾਲ ਉੱਥੇ ਸ਼ਰੀਅਤ ਕਾਨੂੰਨ ਲਾਗੂ ਕਰਕੇ ਲੋਕਾਂ ਤੇ ਇੰਨੀ ਬਰਬਰਤਾ ਦਿਖਾਈ ਸੀ ਕਿ ਉਹਨਾਂ ਦੇ ਮੌਲਿਕ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ ਗਿਆ ਸੀ ਡੰਡੀ। ਔਰਤਾਂ ਨੂੰ ਪਰਦੇ ਪਿੱਛੇ ਧੱਕ ਦਿੱਤਾ ਗਿਆ ਸੀ ਡੰਡੀ। ਉਸ ਸਮੇਂ ਦੇ ਤਾਲਿਬਾਨ ਦੇ ਜ਼ੁਲਮਾਂ ਦੀ ਦਾਸਤਾਨ ਪੜ੍ਹ ਸੁਣ ਕੇ ਅੱਜ ਵੀ ਦਿਲ ਕੰਬ ਉੱਠਦਾ ਹੈ ਡੰਡੀ। ਇਸ ਦੇ ਨਾਲ ਹੀ ਉੱਥੇ ਹਰ ਤਰ੍ਹਾਂ ਦੇ ਇਸਲਾਮਿਕ ਗਰੁੱਪਾਂ ਦਾ ਜਮਾਵੜਾ ਹੋ ਗਿਆ ਸੀ, ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਦੁਨੀਆ ਭਰ ਤੇ ਸ਼ਰੀਅਤ ਕਾਨੂੰਨ ਲਾਗੂ ਕਰਨਾ ਸੀ ਡੰਡੀ। ਓਸਾਮਾ ਬਿਨ ਲਾਦੇਨ ਨੇ ਵੀ ਉੱਥੇ ਹੀ ਪਨਾਹ ਲਈ ਹੋਈ ਸੀ ਡੰਡੀ। ਮੁੱਲਾ ਉਮਰ ਉਸ ਦਾ ਪੂਰੀ ਤਰ੍ਹਾਂ ਪੱਖ ਪੂਰ ਰਿਹਾ ਸੀ ਡੰਡੀ। ਅਜਿਹਾ ਹੋਣ ਤੇ ਅਮਰੀਕਾ ਨੇ ਪਾਕਿਸਤਾਨ ਦੀ ਮਦਦ ਨਾਲ ਉੱਥੇ ਹਮਲਾ ਕਰਕੇ ਤਾਲਿਬਾਨ ਨੂੰ ਖਦੇੜ ਦਿੱਤਾ ਸੀ ਡੰਡੀ। ਪੈਰਾ ਉਸ ਸਮੇਂ ਤਾਲਿਬਾਨ ਦਾ ਰਾਜ ਮਹਿਜ 5 ਸਾਲ ਹੀ ਰਿਹਾ ਸੀ ਡੰਡੀ। ਮੁੱਲਾ ਉਮਰ ਰੂਪੋਸ਼ ਹੋ ਗਿਆ ਸੀ ਅਤੇ ਓਸਾਮਾ ਬਿਨ ਲਾਦੇਨ ਪਾਕਿਸਤਾਨ ਵਿੱਚ ਜਾ ਲੁਕਿਆ ਸੀ। ਸਟਾਪ।